हाँ जी, अज आप चैप्टर करांगे कार्बोनेट्स कंपाउंड। हाँ भी कार्बोनेट्स कंपाउंड ये 10वीं क्लास का चैप्टर आ ते इहदे विचों क्वेश्चन वाहवा आ जांदे आ ईटीटी वालियां नूं भी, ईटीटी सैकेंड पेपर वालियां नूं ते 10वीं दे विच तां कोई शक नहीं, ये इंपॉर्टेंट बहुत ही ज़्यादा आ। ठीक है, हाँ जी, पहला तो आप ये गल करते हैं भी 118 एलीमेंट आ ते कल्ले कार्बन दे उत्ते एडा वड्डा चैप्टर बनाउण नूं भी की लोड़ पै गई उन्हां नूं, क्यों बनाया? ਇਹਦਾ ਕਾਰਨ ਇਹ ਕੀ ਆ ਵੀ ਕਾਰਬਨ ਦੇ ਵਿੱਚ ਹੀ ਕੁਝ ਖਾਸ ਪ੍ਰੋਪਰਟੀਆਂ ਜਿਹਦੇ ਨਾਲ ਕੀ ਆ ਕਾਰਬਨ ਦੇ ਬਹੁਤ ਜ਼ਿਆਦਾ ਕੰਪਾਊਂਡ ਬਣਦੇ ਆ ਤੇ ਆਪਣੇ ਵਿੱਚ ਵੀ ਬਹੁਤ ਜ਼ਿਆਦਾ ਕਾਰਬਨ ਆ। ਠੀਕ ਹੈ ਜੀ, ਹਾਂਜੀ, ਇਹ ਤਾਂ ਤੁਹਾਨੂੰ ਪਤਾ ਹੀ ਹੋਊਗਾ ਇਹਦਾ ਐਟੋਮਿਕ ਨੰਬਰ ਕਿੰਨਾ 6 ਆ। ਤੇ ਜੇ ਆਪਾਂ ਇਹਦੀ ਵੈਲੈਂਸੀ ਦੀ ਗੱਲ ਕਰੀਏ ਤਾਂ ਵੈਲੈਂਸੀ ਇਹਦੀ ਕਿੰਨੀ ਆ? ਵੈਲੈਂਸੀ ਇਹਦੀ ਹੈਗੀ ਆ 2 ਤੇ 4 ਆ। ਜੇ ਆਪਾਂ ਕਨਫੀਗਰੇਸ਼ਨ ਗੱਲ ਕਰੀਏ ਤਾਂ ਵੈਲੈਂਸੀ ਕਿੰਨੀ ਹੋਊਗੀ 4। ਇਹਦਾ ਮਤਲਬ ਕੀ ਆ ਇਹ 4 ਬੌਂਡ ਬਣਾਉਂਦਾ ਤੇ ਇਹਦੀ ਇਹ ਪਹਿਲੀ ਇਹੀ ਮੇਨ ਪ੍ਰੋਪਰਟੀ ਆ ਟੈਟਰਾ ਵੈਲੈਂਸੀ। ਠੀਕ ਆ, ਇੱਕ ਤਾਂ ਵੀ ਟੈਟਰਾ ਵੈਲੈਂਸੀ ਹੋਣ ਕਰਕੇ ਆਪਾਂ ਇਹਨੂੰ ਜ਼ਿਆਦਾ ਪੜ੍ਹਨਾ ਕਿਉਂਕਿ ਇੱਕ ਕਾਰਬਨ ਆਸੇ ਪਾਸੇ 4 ਬੌਂਡ ਬਣਾਊਗਾ। ਠੀਕ ਆ, ਇਹ ਵੀ ਹੋ ਸਕਦਾ ਕਾਰਬਨ ਤੇ ਕਾਰਬਨ 2 ਬਣਾਉਂਦੇ ਆ ਜਦੋਂ ਉਹਦੇ ਵਿੱਚ ਸਿੰਗਲ ਬੌਂਡ ਹੋ ਜੇ। ਇਹ ਵੀ ਹੋ ਸਕਦਾ ਕਾਰਬਨ ਤੇ ਕਾਰਬਨ ਵਿੱਚ ਡਬਲ ਬੌਂਡ ਵੀ ਹੋ ਸਕਦੇ ਆ। ਕਾਰਬਨ ਤੇ ਕਾਰਬਨ ਵਿੱਚ ਟ੍ਰਿਪਲ ਬੌਂਡ ਵੀ ਹੋ ਸਕਦੇ ਆ। ਠੀਕ ਆ, ਇਹ ਆਪਾਂ ਹਾਈਡਰੋਕਾਰਬਨ ਦੇ ਵਿੱਚ ਅਲੱਗ ਫੈਮਿਲੀ ਪੜਾਂਗੇ ਵੀ ਕਾਰਬਨ ਕਾਰਬਨ ਦੇ ਜਦੋਂ ਸਿੰਗਲ ਬੌਂਡ ਹੋਣਗੇ ਉਹਨੂੰ ਕਹਿੰਦੇ ਹੁੰਦੇ ਆ ਅਲਕੇਨ ਫੈਮਿਲੀ। ਕੀ ਕਹਿੰਦੇ ਆ? ਅਲਕੇਨ ਫੈਮਿਲੀ। ठीक है, तो डबल बॉन्ड वाले की कहांगे अल्कीन फैमिली। इहनूं हो ही की जांदा अल्कीन फैमिली। तो ट्रिपल बॉन्ड वाले अल्काइन, अल्काइन फैमिली। ठीक है जी, समझ आ गई? हाँ जी, ये प्रॉपर्टी आ ਟੈਟਰਾ ਵੈਲੈਂਸੀ ਪਹਿਲੀ। ਮੇਨ 2 ਪ੍ਰੋਪਰਟੀਆਂ ਇਹਦੀਆਂ, ਵੈਸੇ ਪਹਿਲੀ ਨਹੀਂ ਇਹ ਦੂਜੀ ਆ। ਆਪਾਂ ਵੈਲੈਂਸੀ ਤੋਂ ਮੈਂ ਸੋਚਿਆ ਪਹਿਲਾਂ ਹੀ ਦੱਸ ਦਿਆਂ ਤੁਹਾਨੂੰ। ਦੂਸਰੀ ਪ੍ਰੋਪਰਟੀ ਕਿਹੜੀ ਆ ਇਹਦੀ? ਦੂਸਰੀ ਪ੍ਰੋਪਰਟੀ ਹੈਗੀ ਆ ਸਾਡੇ ਕੋਲੇ ਕੈਟੀਨੇਸ਼ਨ। ਹਾਂਜੀ, ਕੈਟੀਨੇਸ਼ਨ ਕੀ ਹੁੰਦਾ? ਕੈਟੀਨੇਸ਼ਨ ਦਾ ਮੀਨਿੰਗ ਹੁੰਦਾ ਵੀ ਕਿਸੇ ਕੰਪਾਊਂਡ ਦਾ ਆਪਦੇ ਨਾਲ ਹੀ ਵਾਧੂ ਸਾਰੇ ਬੌਂਡ ਬਣਾ ਲੈਣੇ। ਫੋਰ ਐਗਜ਼ਾਮਪਲ ਕਾਰਬਨ ਦਾ ਬੌਂਡ ਕਾਰਬਨ ਨਾਲ, ਕਾਰਬਨ ਇੱਕ ਚੇਨ ਦੇ ਵਿੱਚ ਬਹੁਤ ਜ਼ਿਆਦਾ ਜੁੜ ਸਕਦੇ ਆ, ਅਣਗਿਣਤ। ਇਹ ਬ੍ਰਾਂਚ ਵੀ ਬਣਾ ਸਕਦੇ ਆ ਵੀ ਇੱਕ ਚੇਨ ਇਸ ਤਰ੍ਹਾਂ। ਠੀਕ ਆ, ਥੱਲੇ ਨੂੰ ਅੱਡ ਕਾਰਬਨ ਲੱਗ ਗਿਆ, ਇਹ ਬ੍ਰਾਂਚ ਹੋ ਗਈ। ਇਹ ਰਿੰਗ ਦੇ ਵਿੱਚ ਵੀ ਜੁੜ ਸਕਦੇ ਆ ਜੀ। ਰਿੰਗ ਦੇ ਵਿੱਚ ਕਿਵੇਂ ਜੁੜਨਗੇ? ਇਹ ਇਸ ਤਰ੍ਹਾਂ। ਠੀਕ ਆ, समझ आ गई जी? तो ਇਹਦੀ ਇਸ ਪ੍ਰੋਪਰਟੀ ਨੂੰ ਕੈਟੀਨੇਸ਼ਨ ਕਹਿੰਦੇ ਆ। ਸਭ ਤੋਂ ਤਕੜੀ ਪ੍ਰੋਪਰਟੀ ਆ, ਇਸੇ ਕਰਕੇ ਇਹਦੇ ਹਜ਼ਾਰਾਂ ਲੱਖਾਂ ਕੰਪਾਊਂਡ ਬਣ ਜਾਂਦੇ ਆ। ਹੋਰ ਕਿਹਦੇ ਵਿੱਚ ਇਹ ਪ੍ਰੋਪਰਟੀ ਪਾਈ ਜਾਂਦੀ ਆ? ਹੋਰ ਇਸ ਤੋਂ ਥੱਲੇ ਪਾਈ ਜਾਂਦੀ ਆ ਸਲਫਰ ਵਿੱਚ। ਸਲਫਰ, ਪਰ ਸਲਫਰ ਦੇ ਵਿੱਚ ਇਹ ਪ੍ਰੋਪਰਟੀ ਬਹੁਤ ਬਾਹਲੀ ਜ਼ਿਆਦਾ ਨਹੀਂ ਹੁੰਦੀ। ਸਲਫਰ ਸਿਰਫ 8 ਜੁੜ ਸਕਦੇ ਆ। ਸਲਫਰ ਸਿਰਫ 8 ਜੁੜ ਸਕਦੇ ਆ। ਤੇ ਜੁੜਦੇ ਕਿਵੇਂ ਆ? ਇਹ W ਦੀ ਸ਼ੇਪ ਬਣ ਜਾਂਦੀ ਹੁੰਦੀ ਹੈ ਇਸ ਤਰ੍ਹਾਂ। ठीक है, इनू पकड़ स्ट्रक्चर कह देंगे, सल्फर दा पकड़ स्ट्रक्चर। ठीक है, पकड़ स्ट्रक्चर। ठीक है जी, ये MCQ दे विच क्वेश्चन आ जांदा हुंदा भी कैटीनेशन किहड़े-किहड़े कंपाउंड शो करदे आ। एक तो कार्बन सब तो ज्यादा करदा, उस तो थल्ले कौन करदा? सल्फर। ते जे उस तो भी थल्ले गल आ गई तो वह करदा हुंदा फॉस्फोरस। फॉस्फोरस किन्ने जुड़दे हुंदे आ? P4। फॉस्फोरस साडे कोले किन्ने जुड़ सकदे आ? P4। ठीक है जी, समझ आ गई? इत्थों तक समझ आ गई। आपां हुण तक कुछ नहीं इन्ना कीता कार्बन बारे भी उहदी वैलेंसी किन्नी आ? 4 वैलेंसी आ तां टैट्रा मीनस 4, तो वह 4 बॉन्ड बना सकता। तो जे यह कार्बन ते कार्बन आपस में सिंगल बॉन्ड भी बना सकते हैं, डबल भी ते ट्रिपल भी। सिंगल बॉन्ड वाली किहड़ी फैमिली होगी? अल्केन फैमिली। डबल वाली
ਅਲਕੀਨ ਫੈਮਿਲੀ, ट्रिपल वाली अल्काइन फैमिली। ਤੇ ਇਸ ਤੋਂ ਬਾਅਦ ਕਿਹੜਾ ਕੀਤਾ ਸੀ ਕੈਟੀਨੇਸ਼ਨ। ਕੈਟੀਨੇਸ਼ਨ ਵੀ ਇੱਕ ਕੰਪਾਊਂਡ ਦਾ ਆਪਦੇ ਨਾਲ ਹੀ ਬੌਂਡ ਬਣਾਉਣਾ ਤੇ ਵਾਧੂ ਸਾਰੀ ਚੇਨ ਦੇ ਵਿੱਚ ਜੁੜ ਜਾਣੇ ਜਾਂ ਕੀ ਆ ਬ੍ਰਾਂਚ ਜਾਂ ਕੀ ਹੋ ਸਕਦਾ ਰਿੰਗ ਦੇ ਵਿੱਚ ਜੁੜ ਜਾਣੇ। ਠੀਕ ਆ, ਇਹ ਕਿਹਦੇ ਵਿੱਚ ਪਾਇਆ ਜਾਂਦਾ ਸਭ ਤੋਂ ਜ਼ਿਆਦਾ ਕਾਰਬਨ ਚ। ਉਸ ਤੋਂ ਥੱਲੇ ਕੀ ਚ ਪਾਇਆ ਜਾਂਦਾ ਇਹ ਸਲਫਰ ਵਿੱਚ, ਤੇ ਉਸ ਤੋਂ ਥੱਲੇ ਕਿਹਦੇ ਵਿੱਚ ਪਾਇਆ ਜਾਂਦਾ ਫਾਸਫੋਰਸ ਵਿੱਚ। ਹਾਂਜੀ ਇੱਥੋਂ ਤੱਕ ਸਮਝ ਆ ਗਈ। ਅੱਗੇ ਚੱਲੀਏ ਆਪਾਂ। ਹਾਂਜੀ ਅੱਗੇ ਕੀ ਆ ਸਰ, ਅੱਗੇ ਆਪਾਂ ਪੜਾਂਗੇ ਇਹਦੀਆਂ ਐਲੋਟ੍ਰੋਪਿਕ ਫਾਰਮਸ। ਐਲੋਟ੍ਰੋਪਿਕ ਫਾਰਮਸ, ਰੇਜ਼ਰ ਆ ਜਾ। ਉਹ ਚਲੋ ਛੱਡੋ ਰੇਜ਼ਰ ਰੂਜ਼ਰ ਨੂੰ, ਆਪਾਂ ਉਵੇਂ ਘਟਾ ਲੈਂਦੇ ਆ, ਇਹਦੀ ਜ਼ੂਮਿੰਗ ਘਟਾ ਲੈਂਦੇ ਆ, ਉਹਦੇ ਨਾਲ ਨਾ ਥਾਂ ਮਿਲ ਜੂ ਆਪਾਂ ਨੂੰ ਨਾ। ਲਓ ਜੀ ਆਪਾਂ ਨੂੰ ਥਾਂ ਵਾਧੂ ਮਿਲ ਗਿਆ। ਹਾਂ ਵੀ ਇੱਥੋਂ ਤੱਕ ਸਮਝ ਆ ਗਈ। ਇਸ ਤੋਂ ਬਾਅਦ ਕਿਹੜਾ ਕਰਨਾ ਆਪਾਂ ਐਲੋਟ੍ਰੋਪਿਕ ਫਾਰਮ। ਐਲੋਟ੍ਰੋਪਿਕ ਫਾਰਮ ਆਫ ਕਾਰਬਨ। ਐਲੋਟ੍ਰੋਪਿਕ ਫਾਰਮ ਦਾ ਮੀਨਿੰਗ ਕੀ ਹੁੰਦਾ ਵੀ ਸਾਨੂੰ ਅਰਥ ਦੇ ਉੱਤੇ ਕਾਰਬਨ ਕਿਹੜੇ ਕਿਹੜੇ ਫਾਰਮ ਚ ਜ਼ਿਆਦਾ ਮਿਲਦੀ ਆ। ਹਾਂਜੀ ਕਾਰਬਨ ਕਿਹੜੇ ਕਿਹੜੇ ਫਾਰਮ ਚ ਮਿਲਦੀ ਆ, ਸਭ ਤੋਂ ਪਹਿਲੀ ਐਲੋਟ੍ਰੋਪਿਕ ਫਾਰਮ ਹੈਗੀ ਆ ਇਹਦੀ ਡਾਇਮੰਡ, ਜਿਹਨੂੰ ਹੀਰਾ ਕਹਿ ਦਿੰਦੇ ਆ। ਠੀਕ ਆ, ਇਹ ਵੈਸੇ ਤਾਂ ਕਾਰਬਨ ਨੌਨ ਮੈਟਲ ਹੈ ਇੱਕ, ਪਰ ਜਿਹੜਾ ਡਾਇਮੰਡ ਆ ਉਹ ਬਹੁਤ ਹਾਰਡ ਹੁੰਦਾ। ਠੀਕ ਆ, ਵੈਸੇ ਤਾਂ ਆਪਾਂ ਨੂੰ ਪਤਾ ਹੋਵੇ ਜੇ ਨੌਨ ਮੈਟਲ ਤਾਂ ਸੌਫਟ ਹੁੰਦੀਆਂ। ਠੀਕ ਆ, ਪਰ ਕੱਲਾ ਹੀਰਾ ਇਹ ਹਾਰਡ ਹੁੰਦਾ। ਠੀਕ ਆ, ਤਾਂ ਇਹ ਜੇ ਆਪਾਂ 10th ਦੇ ਵਿੱਚ ਗੱਲ ਕਰੀਏ ਤਾਂ ਕੱਲਾ ਇਹਦਾ ਸਟਰਕਚਰ ਆਉਂਦਾ ਹੁੰਦਾ। ਇਹਦੇ ਸਟਰਕਚਰ ਦੇ ਵਿੱਚ ਕੀ ਹੁੰਦਾ ਡਾਇਮੰਡ ਦੇ ਵਿੱਚ ਵੀ ਇੱਕ ਕਾਰਬਨ ਅੱਗੇ 4 ਕਾਰਬਨਾਂ ਨਾਲ ਜੁੜਿਆ ਹੋਊਗਾ। ਇੱਕ ਕਾਰਬਨ ਅੱਗੇ 4 ਕਾਰਬਨਾਂ ਨਾਲ ਜੁੜਿਆ ਹੋਊਗਾ। ਤੇ ਹੁਣ ਇਹ ਕਾਰਬਨ ਨੇ ਤਾਂ ਆਪਦੇ 4 ਬੌਂਡ ਬਣਾ ਲਏ, ਕੀ ਆਹ ਨਾ ਬਣਾਉਣਗੇ, ਇਹ ਵੀ ਬਣਾਉਣਗੇ। ਇਹ ਗਾਂ ਜੁੜੇ ਹੋਣਗੇ, ਇੱਕ ਤਾਂ ਜੁੜ ਗਿਆ, 3 ਹੋਰ ਜੁੜ ਗਏ, ਆ ਵੀ ਗਾਂ ਜੁੜੇ ਹੋਣਗੇ। ਠੀਕ ਆ, ਇਹ ਵੀ ਗਾਂ ਜੁੜੇ ਹੋਣਗੇ ਇਸ ਤਰ੍ਹਾਂ। ਠੀਕ ਆ ਜੀ, ਇਹ ਇਹਦੀ ਪਹਿਲੀ ਐਲੋਟ੍ਰੋਪਿਕ ਫਾਰਮ। ਦੂਸਰੀ ਕਿਹੜੀ ਹੈ ਜੀ, ਦੂਸਰੀ ਹੈਗੀ ਹੈ ਇਹਦੀ ਗ੍ਰੇਫਾਈਡ। ਗ੍ਰੇਫਾਈਡ ਕੀ ਹੁੰਦਾ ਵੀ ਗ੍ਰੇਫਾਈਡ ਜਿਹੜਾ ਸਾਡੀ ਪੈਨਸਲ ਦਾ ਕੋਲਾ ਹੁੰਦਾ ਜਿਹਨੂੰ ਕਹਿ ਦਿੰਦੇ ਆ। ਹਾਂਜੀ ਇਹ ਵੀ, ਪਰ ਇਹਦੇ ਵਿੱਚ ਕੀ ਆ, ਇਹਦੇ ਵਿੱਚ ਇਲੈਕਟ੍ਰਿਸਿਟੀ ਪਾਸ ਕਰ ਜਾਂਦੀ ਆ, ਇਹ ਕੰਡਕਟ ਕਰਦਾ ਇਲੈਕਟ੍ਰਿਸਿਟੀ ਨੂੰ। ਇਹਦਾ ਹੀ ਗੱਲ ਇਹ ਯਾਦ ਰੱਖਣ ਵਾਲੀ ਆ, ਕੰਡਕਟ ਇਲੈਕਟ੍ਰਿਸਿਟੀ। ਠੀਕ ਆ ਜੀ, ਇਹਨੂੰ ਕੀ ਹੋ ਗਿਆ, ਠੀਕ ਆ, ਕੰਡਕਟ ਇਲੈਕਟ੍ਰਿਸਿਟੀ। थिकनेस बढ़ गई, कंडक्ट इलैक्ट्रिसिटी। ठीक है, क्यों इलैक्ट्रिसिटी नूं कंडक्ट करदा, क्योंकि इहदा जे आपां स्ट्रक्चर की गल करांगे ना, इहदा स्ट्रक्चर थोड़ा होर हिसाब दा हुंदा। इह किवें हुंदा भी एक तां कार्बनां दी लेयर बनदी हुंदी आ, इस तरह 6 कार्बन जुड़दे आ।
फिर जुड़ते 5, फिर 6, इस तरह स्ट्रक्चर होंगे। ठीक है, तो एक लेयर यदि थले बनती है इस तरह थले नूं निकल के। मतलब लेयर के उपर जिवें आपां हत्थ दे उपर हत्थ रख लगे हॉरिजॉन्टली। ठीक है, इस तरह। ठीक है जी, समझ आ गई। ग्रेफाइट दी आपां यह 2 ही गल्लां याद रखनियां। ठीक है, ये कोई बहुता हार्ड नहीं हुंदा। ते तीजा पार्ट की हुंदा, बकमिनिस्टर फ्लोरेंस। की नाम आ? बकमिनिस्टर फ्लोरेंस। बकमिनिस्टर फ्लोरेंस की हुंदा? ਇਹ ਵੀ ਬਾਅਦ ਚ ਲੱਭਿਆ ਸੀ। ਇਹਦੇ ਵਿੱਚ 60 ਕਾਰਬਨ ਜੁੜੇ ਹੁੰਦੇ ਆ। ਕਿੰਨੇ? 60 ਕਾਰਬਨ ਜੁੜੇ ਹੁੰਦੇ ਆ ਫੁੱਟਬਾਲ ਦੀ ਸ਼ੇਪ ਦੇ ਵਿੱਚ। ਠੀਕ ਹੈ ਜੀ, ਸਮਝ ਆ ਗਈ। ਫੁੱਟਬਾਲ ਦੀ ਸ਼ੇਪ ਦੇ ਵਿੱਚ ਜੁੜੇ ਹੁੰਦੇ ਆ, ਇਹ ਗੱਲ ਆਪਾਂ ਯਾਦ ਰੱਖਣੀ ਆ। ਤੇ ਇੱਕ ਇਹ ਕਾਰਬਨ ਦੀ ਐਲੋਟ੍ਰੋਪਿਕ ਫਾਰਮ ਆ। ਇਹ ਹੁਣ 59-97 ਵਾਲੇ ਪੇਪਰ 'ਚ ਇਹ ਕੁਐਸਚਨ ਆਇਆ ਵੀ ਸੀਗਾ ਸ਼ਾਇਦ। ਠੀਕ ਹੈ ਜੀ, ਪਤਾ ਨਹੀਂ 59-97 ਵਾਲੇ 'ਚ ਆਇਆ ਸੀ, ਪਤਾ ਨਹੀਂ ਦੂਸਰੇ 'ਚ ਆਇਆ ਸੀ, ये नहीं मेरे याद, पर आया सी ये क्वेश्चन। ठीक है जी, सम याद रह जूगा हुण। ठीक है, अगे चलिए जी। इरेज हो जा। ठीक है जी, इत्थों तक समझ आ गई। चलो आप होर छोटा कर लेने पेज। ਉਹਦੇ ਨਾਲ ਆਪਾਂ ਨੂੰ ਹੋਰ ਥਾਂ ਮਿਲ ਜੂ। ਹਾਂਜੀ, बाला ही छोटा हो गया। ओहो, हुण बड़ा बड़ा हो गया। की चक्कर की है? चलो जी, इत्थों तक समझ आ गई। हाँ जी, अगे चलिए। अगे साडे कोले की है,
ਅੱਗੇ ਅਸੀਂ ਪੜ੍ਹਨਾ ਹੈਗਾ हाँ कार्बन ਦੀਆਂ ਐਲੋਟ੍ਰੋਪਿਕ ਫਾਰਮ ਪੜ੍ਹ ਲੀਆਂ, ਕਾਰਬਨ ਦੀਆਂ ਪ੍ਰੋਪਰਟੀਜ਼ ਪੜ੍ਹ ਲੀਆਂ। ਇਸ ਤੋਂ ਬਾਅਦ ਕਾਰਬਨ ਦੇ ਕੰਪਾਊਂਡਸ। ਕਾਰਬਨ ਦੇ ਕੰਪਾਊਂਡਸ ਕਿਹੜੇ ਆ ਜੀ? ਸਭ ਤੋਂ ਜਿਹੜਾ ਪਹਿਲਾ ਪਾਰਟ ਹੈਗਾ ਹਾਈਡਰੋਕਾਰਬਨ। ਪਹਿਲਾ ਪਾਰਟ ਕਿਹੜਾ ਸਾਡੇ ਕੋਲੇ? ਹਾਈਡਰੋਕਾਰਬਨ। ਹਾਈਡਰੋਕਾਰਬਨ ਕਿਹੜੇ ਹੁੰਦੇ ਆ? ਹੁਣ ਉਹ ਕੰਪਾਊਂਡ ਜਿਹੜੇ ਹਾਈਡਰੋਜਨ ਤੇ ਕਾਰਬਨ ਤੋਂ ਮਿਲ ਕੇ ਬਣਦੇ ਆ। ਹਾਈਡਰੋਜਨ ਤੇ ਕਾਰਬਨ ਤੋਂ ਮਿਲ ਕੇ ਬਣਦੇ ਆ, ਉਹਨਾਂ ਨੂੰ ਕੀ ਕਹਿ ਦਿੰਦੇ ਆ ਅਸੀਂ? ਹਾਈਡਰੋਕਾਰਬਨਸ। ਇਹ ਕਿਹੜੇ ਹੁੰਦੇ ਆ ਜੀ? ਜਿਵੇਂ ਮੈਂ ਤੁਹਾਨੂੰ ਇਹ ਗੱਲ ਦੱਸੀ ਸੀ ਪਿੱਛੇ, ਕਾਰਬਨ ਤੇ ਕਾਰਬਨ ਵਿੱਚ ਸਿੰਗਲ ਬੌਂਡ। ਕਾਰਬਨ ਤੇ ਕਾਰਬਨ ਵਿੱਚ ਜਿਹੜੇ ਸਿੰਗਲ ਬੌਂਡ ਹੁੰਦੇ ਆ, ਠੀਕ ਆ, ਇਹ ਵਾਲੇ, ਇਹਨਾਂ ਦੇ ਨਾਲ ਬਾਕੀ ਬੈਲੈਂਸ ਪੂਰੀ ਕਰ ਦੋ। ਹਰੇਕ ਕਾਰਬਨ 4 ਬੌਂਡ ਬਣਾਉਂਦਾ, ਪਾਸੇ ਹਾਈਡਰੋਜਨ ਲਾ ਦੋ, ਠੀਕ ਆ। ਇਹ ਸਾਡਾ ਕੀ ਬਣ ਗਿਆ? ਹਾਈਡਰੋਕਾਰਬਨ, ਠੀਕ ਹੈ ਜੀ। ਪਰ ਇਹ ਹਾਈਡਰੋਕਾਰਬਨ ਅੱਗੇ ਮੈਂ ਤੁਹਾਨੂੰ ਦੱਸਿਆ ਸੀ ਇਹੀ ਆ ਜਿਹੜੇ 3 ਪਾਰਟਾਂ 'ਚ ਵੰਡਦੇ ਆ ਅਸੀਂ। ਡਬਲ ਬੌਂਡ, ਸਿੰਗਲ ਬੌਂਡ ਵਾਲੇ ਕਿਹੜੇ ਆ? ਅਲਕੇਨ। ਅਲਕੇਨ। ਡਬਲ ਵਾਲੇ ਅਲਕੀਨ ਤੇ ਟ੍ਰਿਪਲ ਵਾਲੇ ਅਲਕਾइन। ठीक है जी, समझ आ गई? हाँ, ਇਹਦੇ ਵਾਸਤੇ ਅਸੀਂ ਯਾਦ ਕਿਹੜੀ ਗੱਲ ਰੱਖਣੀ ਆ? ਜਦੋਂ ਹੁਣ ਆਪਾਂ ਨਾਲ ਕਾਰਬਨ ਅਸੀਂ ਇਹਨਾਂ ਦੇ ਕੰਪਾਊਂਡ ਵੀ ਪੜਾਂਗੇ ਤੇ ਕੰਪਾਊਂਡ ਦੀ ਨੇਮਿੰਗ ਵੀ ਪੜਾਂਗੇ। ਨੇਮਿੰਗ ਕੀ ਆ? IUPAC ਇੱਕ ਸੰਸਥਾ ਹੈ ਕੈਮਿਸਟਰੀ ਦੀ, ਇੰਟਰਨੈਸ਼ਨਲ ਯੂਨੀਅਨ ਆਫ ਪਿਓਰ ਐਂਡ ਅਪਲਾਈਡ ਕੈਮਿਸਟਰੀ। ਇਹਨਾਂ ਨੇ ਕੁਝ ਰੂਲ ਬਣਾਏ ਆ, ਉਸ ਰੂਲਾਂ ਦੇ ਅਕੋਰਡਿੰਗ ਆਪਾਂ ਨਾਮ ਪੜਾਂਗੇ, ਠੀਕ ਆ। ਪਹਿਲੀ ਗੱਲ, ਜੇ ਕੰਪਾਊਂਡ ਦੇ ਵਿੱਚ ਇੱਕ ਕਾਰਬਨ ਹੋਊਗਾ ਤਾਂ ਤੁਸੀਂ ਉਹਦੇ ਵਿੱਚ ਮਿਥ ਲਾਉਣਾ ਜ਼ਰੂਰੀ ਆ, ਠੀਕ ਆ, ਮੂਹਰੇ ਠੀਕ ਆ। ਜੇ ਕਾਰਬਨ 2 ਹੋਣਗੇ ਤਾਂ ਕੀ ਲਾਉਣਾ ਜ਼ਰੂਰੀ ਆ? ਇਥ। ਕੀ ਹੋਊਗਾ ਜੀ? ਇਥ। 3 ਹੋਏ ਤਾਂ ਪ੍ਰੋਪ। 4 ਹੋਏ ਤਾਂ ਬਿਊਟ। 5 ਹੋਏ ਤਾਂ ਪੈਂਟ। 6 ਹੋਏ ਤਾਂ ਹੈਕਸ। 7 ਹੋਏ ਤਾਂ ਹੈਪਟ। 8 ਹੋਏ ऑक्ट। 9 होए तो नन। 10 होए तो डैक्स। ठीक है जी, समझ आ गई? ये पंजाबी दे विच पंजाबी वाले वास्ते भी आई आ, अंग्रेजी वाले वास्ते भी आई आ, ठीक आ। ते हुण जिवें आह कंपाउंड आ, इहदे विच कार्बन किन्ने आ? 1 2 3 4। 4 ते की हुंदा? ब्यूट। तो यदा नाम होगा ब्यूट ते मगर लग जाना ये सिंगल बॉन्ड होने करके एन। की बन गया? ब्यूट एन। ठीक है जी, समझ आ गई? इस तरीके नाल आपां नाम रखने। ठीक है, जे हुण जिवें एक कार्बन के सारे पासे हाइड्रोजन लग जाए, लग जे तो ये की बन जाऊगा? एक कार्बन तो की आ? मिथ। ठीक है, तो मगर की लग जू? एन। ये की बन गया? मीथेन। ठीक है, उही मीथेन गैस। मीथेन गैस ये बारे की गल याद रखनी आ? CNG का यह मेन कंटेंट हुंदा। ये कादा मेन कंटेंट हुंदा? CNG का। होर कादा हुंदा? बायोगैस का भी हुंदा। ये बायोगैस च भी मेन यही हुंदी है। ठीक है जी, समझ लग गई? जे कार्बन हुण 2 होण तो ये की बनूगा? इधर भी हाइड्रोजन आ जाओ, इधर भी। बस तुसीं की आ
ਕਾਰਬਨ ਪਹਿਲਾਂ 2 ਲਾ ਲੈਣੇ ਆ, ਬਾਅਦ ਚ ਉਹਨਾਂ ਦੀ ਵੈਲੈਂਸੀ ਪੂਰੀ ਕਰ ਦੇਣੀ ਆ। ਵੈਲੈਂਸੀ ਪੂਰੀ ਕਰਨ ਦਾ ਮਤਲਬ ਵੀ ਇੱਕ ਕਾਰਬਨ ਨੇ 4 ਬੌਂਡ ਬਣਾਉਣੇ ਹੀ ਬਣਾਉਣੇ ਆ। ਠੀਕ ਆ, ਤਾਂ ਇਹ ਕੀ ਆ, ਕੀ ਬਣ ਗਿਆ, ਇਥ ਸਿੰਗਲ ਬੌਂਡ ਆ ਤਾਂ ਬਣ ਗਿਆ ਈਥੇਨ। ਠੀਕ ਆ, ਇਹਨੂੰ ਬਈ ਸ਼ਾਰਟ ਫਾਰਮ ਚ ਕਈ ਵਾਰ ਐਂ ਕਰਕੇ ਲਿਖ ਦਿੰਦੇ ਆ ਵੀ CH3, ਇੱਧਰ ਵੀ CH3 ਇਕੱਠਾ ਕਰਤਾ, ਐਂ ਵੀ ਲਿਖ ਦਿੰਦੇ ਆ ਵੀ ਇਹ ਇੱਧਰ ਉੱਧਰ ਪਾ ਕੇ। ਹੁਣ ਇਹ ਨਹੀਂ ਸੋਚਣਾ ਵੀ ਆਹ H ਦਾ ਬੌਂਡ ਆਹ C ਨਾਲ ਵੀ ਆ ਤੇ I ਦੇ ਨਾਲ ਵੀ ਆ। H ਤਾਂ ਇੱਕ ਹੀ ਬੌਂਡ ਬਣਾਉਂਦਾ, ਬੌਂਡ C ਦੇ ਵਿੱਚ ਹੀ ਆ। ਇਹ ਤਾਂ ਇਹਨੂੰ ਲਿਖਣ ਦਾ ਤਰੀਕਾ, ਲਿਖਣ ਦਾ ਤਰੀਕਾ ਤਾਂ ਆਹ ਵੀ ਆ, ਇਹ ਕੰਪਰੈਸ ਫਾਰਮ ਆ। ਠੀਕ ਆ, ਸਮਝ ਲੱਗ ਗਈ। ਇਹ ਜਿਹੜਾ ਹੁੰਦਾ ਨਾ, ਇਹਨੂੰ ਮੋਲੀਕਿਊਲਰ ਫਾਰਮੂਲਾ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ, ਕਿਸੇ ਕੰਪਾਊਂਡ ਦਾ ਮੋਲੀਕਿਊਲਰ ਫਾਰਮੂਲਾ, ਮਤਲਬ ਛੋਟੀ ਫਾਰਮ ਲਿਖਣੀ। ਠੀਕ ਆ, ਮੋਲੀਕਿਊਲਰ ਫਾਰਮੂਲਾ। ਠੀਕ ਆ, ਇਹ ਆਪਣੇ ਕੰਮ ਆਊਗਾ ਅੱਗੇ, ਤਾਂ ਦੱਸਿਆ ਤੁਹਾਨੂੰ। ਇਹਦਾ ਮੋਲੀਕਿਊਲਰ ਫਾਰਮੂਲਾ ਕੀ ਬਣੂਗਾ ਫਿਰ, CH4। ਇਹਦਾ ਕੀ ਬਣੂਗਾ ਬਿਊਟੇਨ ਵਾਲੇ ਦਾ, C4 ਤੇ H ਕਿੰਨੇ ਆ, H ਕਿੰਨੇ ਆ, H ਹੈਗੇ ਆ 10, H ਕਿੰਨੇ ਆ ਜੀ 10। ਸਮਝ ਆ ਗਈ ਵੀ ਇੱਥੋਂ ਤੱਕ। ਠੀਕ ਹੈ, ਹਾਂ ਵੀ ਇਸ ਤੋਂ ਬਾਅਦ ਤੁਸੀਂ 3 ਕਾਰਬਨਾਂ ਵਾਲਾ ਵੀ ਬਣਾਉਣਾ। ਠੀਕ ਆ, ਚਲੋ ਮੈਂ ਹੀ ਬਣਾ ਦਿੰਦਾ ਇੱਥੇ 3 ਕਾਰਬਨਾਂ ਵਾਲਾ। ਠੀਕ ਆ, ਤਾਂ ਇੱਧਰ ਵੀ H, ਇੱਧਰ ਵੀ H, ਇੱਧਰ ਵੀ H, ਇੱਥੇ ਵੀ H, ਇੱਥੇ ਵੀ H, ਇੱਥੇ ਵੀ H, ਇੱਥੇ ਵੀ, ਹਾਂਜੀ। ਤਾਂ C ਕਿੰਨੇ ਆ 3, H ਕਿੰਨੇ ਆ 7। ਹਾਂ ਵੀ ਆਪਾਂ ਇੱਕ ਆ ਮੋਲੀਕਿਊਲਰ ਫਾਰਮੂਲਾ ਲਿਖਿਆ, ਇਹ ਲਿਖਿਆ ਕਾਹਦਾ, ਪ੍ਰੋਪੇਨ ਦਾ। ਕਾਹਦਾ, ਪ੍ਰੋਪੇਨ ਦਾ। ਠੀਕ ਆ, ਆਹ ਕਾਹਦਾ ਸੀਗਾ, ਬਿਊਟੇਨ ਦਾ। ਆਹ ਕਾਹਦਾ ਸੀ, ਮੀਥੇਨ ਦਾ। ਆਹ ਕਾਹਦਾ ਸੀ, ਈਥੇਨ ਦਾ। ਠੀਕ ਆ, ਸਮਝ ਲੱਗ ਗਈ। ਤਾਂ ਸਾਰੇ ਇੱਕੋ ਵਾਢੇ ਨੂੰ ਲੈ ਕੇ ਲਿਖ ਦਈਏ। ਸਭ ਤੋਂ ਪਹਿਲੇ ਦਾ ਕੀ ਬਣ ਗਿਆ, ਪਹਿਲੇ ਨੰਬਰ ਤੇ ਕੀ ਬਣ ਗਿਆ, ਮੀਥੇਨ। ਫਿਰ ਕੀ ਬਣ ਗਿਆ, ਈਥੇਨ। ਫਿਰ ਕੀ ਬਣ ਗਿਆ, ਪ੍ਰੋਪੇਨ, ਬਿਊਟੇਨ। 4 ਹੀ ਬਣਾਏ ਆਪਾਂ। ਠੀਕ ਆ, ਤਾਂ ਇਹਦਾ ਮੋਲੀਕਿਊਲਰ ਫਾਰਮੂਲਾ ਕੀ ਬਣਿਆ ਸੀਗਾ, CH4, ਇਹਦਾ C2H, H ਕਿੰਨਾ ਸੀਗਾ, ਗਿਣੋ ਖਾਂ 5। ਫਿਰ ਕੀ ਆ, C ਜੇ 3 ਸੀ ਤਾਂ H ਕਿੰਨਾ ਸੀਗਾ, H ਕਿੰਨਾ ਸੀਗਾ 7। 7 ਕਿ 8, 8 ਬਣਨਗੇ ਬਈ, ਇੱਥੇ ਗਲਤ ਆ, ਤਾਂ H8। ਤੇ ਜੇ C4 ਹੋਵੇ ਤਾਂ ਫਿਰ H ਕਿੰਨੇ ਆ 10। ਹਾਂ ਵੀ, ਹਾਂ ਵੀ ਇਹ ਜਿਹੜੇ ਫਾਰਮੂਲੇ ਲਿਖੇ ਆਪਾਂ, ਇਹਨਾਂ 'ਚ ਕੁਛ ਖਾਸ ਸਿਮੀਲਰਿਟੀ, ਕੋਈ ਪੈਟਰਨ ਦੀ ਨਾ। ਠੀਕ ਆ, ਐਂ ਨਹੀਂ ਪਤਾ ਲੱਗਦਾ। ਜੇ ਮੈਂ ਤੁਹਾਨੂੰ ਇੱਕ ਪੈਟਰਨ ਲਿਖ ਕੇ ਦੇਵਾਂ ਅਲਕੇਨ ਦਾ, ਬਈ ਜੇ CN ਹੋਣ ਤਾਂ H ਕੀ ਆ, ਉਹਦੇ ਦੁੱਗਣੇ ਦੇ ਵਿੱਚ 2 ਜੋੜ ਦਿਓ, ਉਹਦੇ ਦੁੱਗਣੇ ਵਿੱਚ 2 ਜੋੜ ਦਿਓ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਜੇ ਆਪਾਂ ਮੀਥੇਨ ਬਣਾਉਣਾ, ਕਾਰਬਨ ਕਿੰਨਾ ਹੁੰਦਾ 1, ਤਾਂ N ਦੀ ਵੈਲਿਊ ਕਿੰਨੀ ਹੋ ਗਈ 1, 1 ਦਾ ਦੁੱਗਣਾ ਕੀਤਾ 2, ਤੇ ਵਿੱਚ 2 ਜੋੜਤੇ 4, ਬਣ ਗਿਆ ਮੀਥੇਨ। ਇਵੇਂ ਜਿਹੜਾ ਮਰਜ਼ੀ ਬਣਾ ਲਓ। ਜੇ C7 ਹੋਣ ਤਾਂ H ਕਿੰਨੇ ਹੋਣਗੇ, ਉਹਦੇ ਦੁੱਗਣੇ ਵਿੱਚ 2 ਜੋੜਨੇ ਆ, 7 ਦੂਣੀ 14 ਤੇ 2, 14 ਤੇ 2 16। ਠੀਕ ਆ, ਇਹ ਭਾਵੇਂ ਬਣਾ ਕੇ ਵੇਖ ਲਓ, ਹੈਪਟੇਨ ਆਈ ਬਣੂਗਾ। ਠੀਕ ਆ ਜੀ, ਇਹ ਕੁਐਸਚਨ ਵੀ ਆਪਾਂ ਨੂੰ ਆਇਆ ਹੋਇਆ ਪੇਪਰ ਦੇ ਵਿੱਚ। ਠੀਕ ਆ, ਕਈ ਵਾਰ ਐਂ ਕੁਐਸਚਨ ਪੁੱਛ ਲੈਂਦੇ ਆ, ਕਿਉਂਕਿ ਆਪਾਂ ਤਾਂ 10 ਤੱਕ ਇੱਥੇ ਲਿਖਿਆ ਵੀ ਇੱਕ ਕੰਪਾਊਂਡ ਹੈ। ਠੀਕ ਆ, ਕਿਵੇਂ, ਇੱਕ ਆ ਕੰਪਾਊਂਡ of carbon
and hydrogen. Contain only single bond. ਕੱਲਾ ਉਹਨਾਂ ਵਿੱਚ ਸਿੰਗਲ ਬੌਂਡ ਹੀ ਆ, ਠੀਕ ਆ। if number of carbon are 58, then find number of hydrogen. हाइड्रोजन किन्ने होणगे, किन्ने होणगे जी, बस फिर फॉर्मूला लाओ CN ते H 2N+2, N की वैल्यू किन्नी देती सानू 58 ते H किन्ने होणगे 2N+2, इत्थे पुट कर दो। हाँ जी 58 दूना 116, 116 ਦੇ ਵਿੱਚ 2 जोड़े ਤਾਂ 118, ये साडा आंसर आ जाऊगा। ठीक है बई, समझ आ गई। एक आए भी पुछ सकते आ, इनू पुट्ठा भी पुछ सकते आ। पुट्ठा किवें पुछ सकते आ, इत्थे तुहानू हाइड्रोजन लिख देना, इत्थे तुहानू लिख देना हाइड्रोजन, ते इत्थे तुहानू पुछ लैण कार्बन। तो फिर की आ हाइड्रोजन की गिनती दी आ, तो तुसी 58 नू हाइड्रोजन के बराबर रखना, मतलब 58 नू किहदे बराबर रखना 2N+2 बराबर 58। आ इधर प्लस करदा दूजे पासे जाके माइनस करूँगा तो रह गए 56, तो N दूजे पासे जाके डिवाइड करूँगा तो कट के कितना आ गया 2 ते 8, 28 आंसर आ गया। ठीक है जी, समझ आ गई। अज लई इन्ना ही बहुत आ, इन्ना क पचा लो। ठीक आ, ये चैप्टर लंबा आपां की आ 2-3 ਲੈਕਚਰਾਂ ਦੇ ਵਿੱਚ ਨਿਬੇੜਾਂਗੇ। ठीक है जी, थैंक यू। जे ना समझ आई तो ਤੁਸੀਂ कमेंट बॉक्स ਦੇ ਵਿੱਚ ਲਿਖ ਸਕਦੇ ਹੋ, ਅਸੀਂ ਤੁਹਾਡਾ आंसर ਕਰਾਂਗੇ। ओके जी, थैंक यू।